Wish you a very good morning, students. Yesterday we have discussed about present tense, and today we will discuss about past tense. Past means the time which have been passed, ਉਹ ਸਮਾਂ ਜਿਹੜਾ ਲੰਘ ਗਿਆ। ਤਾਂ ਪਾਸਟ ਟੈਂਸ ਦੇ ਵੀ ਅੱਗੇ ਪਾਸਟ ਇੰਡੈਫੀਨਿਟ, ਪਾਸਟ ਕੰਟੀਨਿਊਸ ਅਤੇ ਪਾਸਟ ਪਰਫੈਕਟ ਟੈਂਸ ਬਾਰੇ ਅਸੀਂ ਡਿਸਕਸ ਕਰਾਂਗੇ। ਤਾਂ ਸਟੂਡੈਂਟਸ ਅੱਜ ਅਸੀਂ ਡਿਸਕਸ ਕਰ ਰਹੇ ਹਾਂ ਪਾਸਟ ਇੰਡੈਫੀਨਿਟ ਟੈਂਸ। ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਪਾਸਟ ਇੰਡੈਫੀਨਿਟ ਟੈਂਸ ਹੈ ਜੋ ਕਿੱਥੇ ਯੂਜ ਕਰਨਾ ਹੈ ਸਟੂਡੈਂਟਸ। ਪਾਸਟ ਇੰਡੈਫੀਨਿਟ ਟੈਂਸ ਇਜ਼ ਯੂਜ਼ਡ, ਪਾਸਟ ਇੰਡੈਫੀਨਿਟ ਟੈਂਸ ਉੱਥੇ ਵਰਤਿਆ ਜਾਂਦਾ ਟੂ ਐਕਸਪ੍ਰੈਸ, ਇਹ ਪ੍ਰਗਟ ਕਰਨ ਦੇ ਲਈ ਜਾਂ ਦੱਸਣ ਦੇ ਲਈ ਦੈਟ ਐਕਸ਼ਨ ਵਾਜ ਡਨ, ਕਿ ਕੰਮ ਹੋ ਚੁੱਕਾ ਹੈ ਇਨ ਦਾ ਪਾਸਟ, ਬੀਤ ਚੁੱਕੇ ਸਮੇਂ ਦੇ ਵਿੱਚ। ਜਦੋਂ ਤੁਸੀਂ ਇਹ ਦੱਸਣਾ ਕਿ ਜਿਹੜਾ ਕੰਮ ਹੈ ਜਾਂ ਕੋਈ ਐਕਸ਼ਨ ਹੈਗਾ ਬੀਤ ਚੁੱਕੇ ਸਮੇਂ ਦੇ ਵਿੱਚ ਹੋ ਚੁੱਕਾ ਹੈ, ਕੰਪਲੀਟ ਹੋ ਗਿਆ, ਡਨ ਹੋ ਗਿਆ, ਉਦੋਂ ਅਸੀਂ ਪਾਸਟ ਇੰਡੈਫੀਨਿਟ ਟੈਂਸ ਯੂਜ ਕਰਦੇ ਹਾਂ। ਠੀਕ ਹੈ ਸਟੂਡੈਂਟਸ, ਦੇਖੋ ਸਾਰਿਆਂ ਤੋਂ ਪਹਿਲਾਂ ਤਾਂ ਹੁਣ ਪਾਸਟ ਇੰਡੈਫੀਨਿਟ ਦੇ ਅਸੀਂ ਕਿਹੜੇ ਸੈਂਟੈਂਸ ਡਿਸਕਸ ਕਰਾਂਗੇ? ਐਫਰਮੇਟਿਵ ਸੈਂਟੈਂਸ। ਤਾਂ ਐਫਰਮੇਟਿਵ ਸੈਂਟੈਂਸ ਬਣਾਉਣ ਦਾ ਪੈਟਰਨ ਕੀ ਹੈ ਸਟੂਡੈਂਟਸ? ਸਾਰਿਆਂ ਤੋਂ ਪਹਿਲਾਂ ਸਬਜੈਕਟ ਲਓ, ਫਿਰ ਸੈਕੰਡ ਫਾਰਮ ਆਫ ਵਰਬ, ਫਿਰ ਐਂਡ 'ਤੇ ਕੀ ਆਏਗਾ ਤੁਹਾਡਾ? ਆਬਜੈਕਟ ਹੈਗਾ। ਤਾਂ ਇਹ ਪੈਟਰਨ ਹੈਗਾ ਸਾਡੇ ਪਾਸਟ ਇੰਡੈਫੀਨਿਟ ਟੈਂਸ ਦੇ ਐਫਰਮੇਟਿਵ ਸੈਂਟੈਂਸ ਬਣਾਉਣ ਦਾ। ਤਾਂ ਸਟੂਡੈਂਟਸ ਇੱਕ ਐਗਜ਼ਾਮਪਲ ਲੈ ਲਓ, ਗਰਲਜ਼ ਸਿੰਗ ਆ ਸੌਂਗ, ਕੁੜੀਆਂ ਇੱਕ ਗੀਤ ਗਾਉਂਦੀਆਂ ਸੀ। ਤਾਂ ਪੰਜਾਬੀ ਦੇ ਵਿੱਚ ਪਾਸਟ ਇੰਡੈਫੀਨਿਟ ਟੈਂਸ ਦੀ ਪਛਾਣ ਸਟੂਡੈਂਟਸ ਇਹੀ ਹੈ, ਇਹਨਾਂ ਦੇ ਪਿੱਛੇ ਦਾ ਸੀ, ਦੇ ਸੀ, ਦੇ ਸਨ, ਦੀਆਂ ਸਨ, ਇਹ ਪੰਜਾਬੀ ਦੇ ਵਿੱਚ ਪਿੱਛੇ ਜਿਹੜੇ ਸੈਂਟੈਂਸ ਦੇ ਆਵੇ ਉਹ ਪਾਸਟ ਇੰਡੈਫੀਨਿਟ ਟੈਂਸ ਹੁੰਦੇ ਨੇ। ਜਿਵੇਂ ਪ੍ਰੈਜੈਂਟ ਦੀ ਪਛਾਣ ਤੁਹਾਨੂੰ ਦੱਸੀ ਸੀਗੀ, ਦਾ ਹੈ, ਦੀ ਹੈ, ਦੇ ਹਨ, ਦੀਆਂ ਹਨ, ਉਸੇ ਤਰ੍ਹਾਂ ਇਹ ਪਾਸਟ ਇੰਡੈਫੀਨਿਟ ਟੈਂਸ ਦੀ ਨਿਸ਼ਾਨੀ ਹੈਗੀ। ਠੀਕ ਹੈ ਸਟੂਡੈਂਟਸ। ਤਾਂ ਗਰਲਜ਼ ਸਿੰਗ ਆ ਸੌਂਗ, ਕੁੜੀਆਂ ਇੱਕ ਗੀਤ ਗਾਉਂਦੀਆਂ ਸੀ। ਕੌਣ ਗਾਉਂਦੀਆਂ ਸੀ ਗੀਤ? ਐਕਸ਼ਨ ਕੌਣ ਕਰ ਰਿਹਾ? ਗਰਲਜ਼। ਤਾਂ ਗਰਲਜ਼ ਸਟੂਡੈਂਟਸ ਸਾਡੀਆਂ ਕੀ ਹੋ ਗਈਆਂ? ਸਬਜੈਕਟ ਹੋ ਗਈਆਂ। ਤਾਂ ਸਬਜੈਕਟ ਅਸੀਂ ਦੇਖ ਲਿਆ। ਉਸ ਤੋਂ ਬਾਅਦ ਪੈਟਰਨ ਕੀ ਕਹਿੰਦਾ? ਕਹਿੰਦਾ ਸੈਕੰਡ ਫਾਰਮ ਆਫ ਵਰਬ ਲਗਾਓ, ਹੈ ਨਾ। ਤਾਂ ਸਟੂਡੈਂਟਸ ਕੀ ਹੈ? ਸਿੰਗ, ਸੇਂਗ, ਸੰਗ। ਤਾਂ ਸੇਂਗ ਸੈਕੰਡ ਫਾਰਮ ਆਫ ਕੀ ਹੈ? ਵਰਬ ਹੈ। ਤਾਂ ਸੈਕੰਡ ਸਟੈਪ ਵੀ ਕੰਪਲੀਟ ਆ। ਉਸ ਤੋਂ ਬਾਅਦ ਪੈਟਰਨ ਕੀ ਕਹਿੰਦਾ? ਆਬਜੈਕਟ ਲਗਾਓ, ਆ ਸੌਂਗ ਸਾਡਾ ਕੀ ਹੋ ਗਿਆ? ਆਬਜੈਕਟ ਹੋ ਗਿਆ। ਤਾਂ ਸਟੂਡੈਂਟਸ ਇਹ ਹੈ ਐਫਰਮੇਟਿਵ ਸੈਂਟੈਂਸ। ਇਸੇ ਤਰ੍ਹਾਂ ਸਟੂਡੈਂਟਸ ਹੁਣ ਅਸੀਂ ਪਾਸਟ ਇੰਡੈਫੀਨਿਟ ਟੈਂਸ ਦੇ ਨੈਗੇਟਿਵ ਸੈਂਟੈਂਸ ਡਿਸਕਸ ਕਰਾਂਗੇ ਕਿ ਉਹਨਾਂ ਨੂੰ ਬਣਾਉਣ ਦਾ ਕੀ ਪੈਟਰਨ ਹੈ। ਤਾਂ ਸਟੂਡੈਂਟਸ ਪਾਸਟ ਇੰਡੈਫੀਨਿਟ ਟੈਂਸ ਦੇ ਨੈਗੇਟਿਵ ਦਾ ਪੈਟਰਨ ਕੀ ਹੈ? ਸਾਰਿਆਂ ਤੋਂ ਪਹਿਲਾਂ ਤੁਸੀਂ ਸਬਜੈਕਟ ਲਓ, ਫਿਰ ਨਾਲ ਡਿਡ ਨਾਟ ਲਗਾਓ, ਫਿਰ ਫਸਟ ਫਾਰਮ ਆਫ ਵਰਬ ਅਤੇ ਐਂਡ 'ਤੇ ਆਬਜੈਕਟ ਲਗਾਓ। ਠੀਕ ਹੈ ਸਟੂਡੈਂਟਸ। ਉਹੀ ਜਿਹੜੀਆਂ ਹੈਲਪਿੰਗ ਵਰਬ 'ਚ ਪ੍ਰੈਜੈਂਟ ਦੀਆਂ ਹੈਲਪਿੰਗ ਵਰਬ 'ਚ ਕਿਹੜੀਆਂ ਸੀ? ਡੂ ਅਤੇ ਡਜ਼। ਉਹੀ ਪਾਸਟ ਦੀਆਂ ਹੈਲਪਿੰਗ ਵਰਬ 'ਚ ਸਟੂਡੈਂਟਸ ਕਿਹੜੀਆਂ ਨੇ? ਡਿਡ ਹੈਗੀ। ਪਾਸਟ ਇੰਡੈਫੀਨਿਟ ਦੀ ਹੈਲਪਿੰਗ ਵਰਬ ਕਿਹੜੀ ਹੈ? ਡਿਡ ਹੈਗੀ। ਠੀਕ ਹੈ ਸਟੂਡੈਂਟਸ। ਤਾਂ ਆਪਾਂ ਇੱਕ ਐਗਜ਼ਾਮਪਲ ਦੇਖਦੇ ਹਾਂ ਨੈਗੇਟਿਵ ਸੈਂਟੈਂਸ ਦੀ। ਆਈ ਡਿਡ ਨੋਟ ਫਿਨਿਸ਼ ਮਾਈ ਵਰਕ, ਮੈਂ ਆਪਣਾ ਕੰਮ ਪੂਰਾ ਨਹੀਂ ਕਰਦਾ ਸੀ, ਹੈ ਨਾ। ਤਾਂ ਸਟੂਡੈਂਟਸ ਕੀ ਹੈ ਇਹਦੇ ਵਿੱਚ? ਐਕਸ਼ਨ ਕੌਣ ਹੈ? ਐਕਸ਼ਨ ਕੌਣ ਕਰਨ ਵਾਲਾ ਹੈ? ਆਈ। ਤਾਂ ਆਈ ਕੀ ਹੈ ਸਟੂਡੈਂਟਸ ਸਾਡਾ? ਆਈ ਕੀ ਹੈ ਸਟੂਡੈਂਟਸ ਸਾਡਾ? ਸਬਜੈਕਟ। ਫਿਰ ਪੈਟਰਨ ਕੀ ਕਹਿੰਦਾ? ਕਹਿੰਦਾ ਮੇਰੇ ਨਾਲ ਹੈਲਪਿੰਗ ਵਰਬ ਡਿਡ ਲਗਾਓ ਨੈਗੇਟਿਵ ਬਣਾਉਣ, ਨੈਗੇਟਿਵ ਦੇ ਵਿੱਚ। ਤਾਂ ਡਿਡ ਹੈਲਪਿੰਗ ਵਰਬ ਲੈ ਲਈ, ਨੋਟ ਲੈ ਲਿਆ ਨਾਲ ਆਪਾਂ। ਉਸ ਤੋਂ ਬਾਅਦ ਵਰਬ ਦੀ ਫਸਟ ਫਾਰਮ ਲਗਾਓ, ਫਿਨਿਸ਼, ਫਿਨਿਸ਼ਡ। ਤਾਂ ਵਰਬ ਦੀ ਫਸਟ ਫਾਰਮ ਅਸੀਂ ਯੂਜ ਕਰ ਲਈ ਫਿਨਿਸ਼। ਉਦੋਂ ਬਾਅਦ ਆਬਜੈਕਟ ਲਗਾਓ, ਮਾਈ ਵਰਕ ਕੀ ਹੋ ਗਿਆ? ਆਬਜੈਕਟ ਹੋ ਗਿਆ। ਆਈ ਡਿਡ ਨੋਟ ਫਿਨਿਸ਼ ਮਾਈ ਵਰਕ, ਮੈਂ ਮੇਰਾ ਕੰਮ ਪੂਰਾ ਨਹੀਂ ਕਰਦਾ ਸੀ। ਤਾਂ ਇਹ ਸਟੂਡੈਂਟਸ ਕੀ ਹੈ? ਨੈਗੇਟਿਵ ਨੇਗੇ। ਇਸ ਤੋਂ ਬਾਅਦ ਸਟੂਡੈਂਟਸ ਅਸੀਂ ਡਿਸਕਸ ਕਰਦੇ ਹੁੰਦੇ ਹਾਂ ਇੰਟੈਰੋਗੇਟਿਵ ਸੈਂਟੈਂਸ। ਇੰਟੈਰੋਗੇਟਿਵ ਮੀਨਸ ਵੈਨ ਯੂ ਪੁੱਟ ਆ ਕੁਐਸਚਨ ਫॉर ਸਮਵਨ। ਠੀਕ ਹੈ, ਜਦੋਂ ਕੋਈ ਕਿਸੇ ਨੂੰ ਸਵਾਲ ਜਵਾਬ ਕਰਦੇ ਹਾਂ ਤਾਂ ਉਹਨਾਂ ਨੂੰ ਅਸੀਂ ਇੰਟੈਰੋਗੇਟਿਵ ਸੈਂਟੈਂਸ ਕਹਿ ਦਿੰਦੇ ਹਾਂ। ਤਾਂ ਸਟੂਡੈਂਟਸ ਇੰਟੈਰੋਗੇਟਿਵ ਸੈਂਟੈਂਸ ਬਣਾਉਣ ਦੇ ਲਈ ਸਾਡਾ ਕੀ ਹੈ? ਮੈਂ ਤੁਹਾਨੂੰ ਇੱਕ ਹੀ ਪੈਟਰਨ ਦੱਸਿਆ ਹੋਇਆ ਕਿ ਹਮੇਸ਼ਾ ਜਦੋਂ ਇੰਟੈਰੋਗੇਟਿਵ ਸੈਂਟੈਂਸ ਬਣਾਉਣੇ ਆ ਟੈਂਸ ਦੇ ਵਿੱਚ, ਤਾਂ ਤੁਸੀਂ ਜੋ ਵੀ ਹੈਲਪਿੰਗ ਵਰਬਸ ਨੇ, ਡੂ, ਡਜ਼, ਹੈਜ਼, ਹੈਵ, ਹੈਡ, ਵਾਜ਼, ਵਰ, ਹੈ ਨਾ, ਉਹਨਾਂ ਨੂੰ ਸਬਜੈਕਟ ਦੇ ਨਾਲ ਤੁਸੀਂ ਚੇਂਜ ਕਰ ਦਿਓ, ਇੰਟਰਚੇਂਜ ਕਰ ਦਿਓ। ਹੈਲਪਿੰਗ ਵਰਬ ਨੂੰ ਸਬਜੈਕਟ ਦੀ ਜਗ੍ਹਾ 'ਤੇ ਲਿਆਓ, ਸਬਜੈਕਟ ਨੂੰ ਹੈਲਪਿੰਗ ਵਰਬ ਦੀ ਜਗ੍ਹਾ 'ਤੇ ਲਿਆਓ। ਠੀਕ ਹੈ ਸਟੂਡੈਂਟਸ। ਤਾਂ ਪੈਟਰਨ ਕੀ ਬਣ ਜਾਏਗਾ ਇੰਟੈਰੋਗੇਟਿਵ ਦਾ? ਪੈਟਰਨ ਬਣ ਜਾਏਗਾ ਸਾਰਿਆਂ ਤੋਂ ਅੱਗੇ ਸਾਡੀ ਕੀ ਆ ਜਾਏਗੀ? ਹੈਲਪਿੰਗ ਵਰਬ ਡਿਡ ਆ ਜਾਏਗੀ। ਡਿਡ, ਉਸ ਦੀ ਜਗ੍ਹਾ 'ਤੇ ਹੈਲਪਿੰਗ ਵਰਬ ਦੀ ਜਗ੍ਹਾ 'ਤੇ ਹੁਣ ਡਿਡ ਤੋਂ ਬਾਅਦ ਸਬਜੈਕਟ, ਫਿਰ ਵਰਬ ਦੀ ਫਸਟ ਫਾਰਮ, ਫਿਰ ਕੀ ਆ ਜਾਏਗਾ? ਆਬਜੈਕਟ। ਅਤੇ ਇੰਟੈਰੋਗੇਟਿਵ ਦੀ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਜੇਕਰ ਇੰਟੈਰੋਗੇਟਿਵ ਸਾਈਨ ਯੂਜ ਨਹੀਂ ਕਰਦੇ ਅਸੀਂ
ਤਾਂ ਇਹ ਕੀ ਹੋਏਗਾ, ਸਾਡਾ ਸੈਂਟੈਂਸ ਰੋਂਗ ਹੋਏਗਾ ਸਟੂਡੈਂट्स। ਤਾਂ ਇੱਕ ਐਗਜ਼ਾਮਪਲ ਦੇਖ ਲਓ ਇੰਟਰੋਗੇਟਿਵ ਦੀ। ਆ ਦੇਖੋ ਸਟੂਡੈਂट्स, ਡਿਡ ਯੂ ਲਰਨ ਯੂਅਰ ਲੈਸਨ, ਕੀ ਤੁਸੀਂ ਤੁਹਾਡਾ, ਡਿਡ ਯੂ ਲਰਨ ਯੂਅਰ ਲੈਸਨ, ਕੀ ਤੁਸੀਂ ਤੁਹਾਡਾ ਪਾਠ ਸਿੱਖਦੇ ਸੀ। ਤਾਂ ਸਟੂਡੈਂट्स ਪੈਟਰਨ ਕੀ ਕਹਿ ਰਿਹਾ ਹੁਣ ਸਾਡਾ, ਕਹਿੰਦਾ ਮੇਰੇ ਨਾਲ ਹੈਲਪਿੰਗ ਵਰਬ ਲਓ। ਤਾਂ ਹੈਲਪਿੰਗ ਵਰਬ ਡਿਡ ਲਓ, ਆਪਣੇ ਡਿਡ ਕੀ ਹੈ, ਹੈਲਪਿੰਗ ਵਰਬ ਲਗਾਈ ਹੋਈ ਹੈ। ਉਸ ਤੋਂ ਬਾਅਦ ਸਬਜੈਕਟ ਲਗਾਓ, ਕਿਹਦੇ ਬਾਰੇ ਗੱਲ ਕਰ ਰਹੇ ਹਾਂ, ਐਕਸ਼ਨ ਕਿਹਦਾ ਸੀਗਾ, ਜੂ ਦਾ। ਤਾਂ ਜੂ ਕੀ ਹੋ ਗਿਆ, ਸਬਜੈਕਟ। ਕਹਿੰਦੇ ਵਰਬ ਦੀ ਫਸਟ ਫਾਰਮ ਲਰਨ, ਲਰਨਟ, ਲਰਨਟ, ਤਾਂ ਲਰਨ ਫਸਟ ਫਾਰਮ ਆਫ ਵਰਬ ਹੋ ਗਈ। ਉਸ ਤੋਂ ਬਾਅਦ ਅਬਜੈਕਟ ਲਗਾਓ, ਯੂਅਰ ਲੈਸਨ ਕੀ ਹੋ ਗਿਆ ਸਟੂਡੈਂट्स, ਸਾਡਾ ਅਬਜੈਕਟ। ਐਂਡ ਤੇ ਇੰਟਰੋਗੇਟਿਵ ਸਾਈਨ, ਤਾਂ ਇਹ ਕੀ ਹੈ ਸਟੂਡੈਂट्स, ਸਾਡਾ ਇੰਟਰੋਗੇਟਿਵ ਸਾਈਨ ਲਗਾ ਦਿੱਤਾ। ਤਾਂ ਸਟੂਡੈਂट्स ਇੱਕ ਚੀਜ਼ ਦੇਖਣ ਵਾਲੀ ਹੈ, ਉਹ ਕੀ ਹੈ ਸਟੂਡੈंट्स, ਕਿ ਤੁਸੀਂ ਹੁਣ ਕਹਿਣਾ ਕਿ ਇਸ ਦੇ ਵਿੱਚ ਕੀ ਹੈਗਾ, ਜਿਹੜਾ ਨੈਗੇਟਿਵ ਬਣਾਇਆ ਆਪਾਂ ਨੇ, ਤੇ ਜਦੋਂ ਆਪਾਂ ਇੰਟਰੋਗੇਟਿਵ ਬਣਾਇਆ ਤਾਂ ਆਪਣੇ ਡਿਡ ਹੈਲਪਿੰਗ ਵਰਬ ਯੂਜ ਕੀਤੀ ਤਾਂ ਉੱਥੇ ਕੀ ਹੈ, ਪੈਟਰਨ ਦੇ ਵਿੱਚ ਫਸਟ ਫਾਰਮ ਆਫ ਵਰਬ ਆ ਗਈ। ਤਾਂ ਸਟੂਡੈਂट्स ਤੁਸੀਂ ਦੇਖੋ, ਜਦੋਂ ਹੈਲਪਿੰਗ ਵਰਬ ਡਿਡ ਲੱਗ ਗਈ ਤਾਂ ਸਾਡੇ ਸੈਂਟੈਂਸ ਪੈਟਰਨ ਦੇ ਵਿੱਚ ਕੀ ਹੈ, ਸਬਜੈਕਟ ਤੋਂ ਬਾਅਦ ਹੈਲਪਿੰਗ ਵਰਬ ਕੀ ਹੈ, ਫਸਟ ਰਹਿ ਜਾਂਦੀ ਹੈ। ਤਾਂ ਕਿਉਂ ਰਹਿ ਜਾਂਦੀ ਹੈ, ਕਿਉਂਕਿ ਡਿਡ ਆਲਰੇਡੀ ਸੈਕੰਡ ਫਾਰਮ ਆਫ ਵਰਬ ਹੈ ਸਟੂਡੈਂट्स, ਹੈ ਨਾ, ਡੂ ਡਿਡ ਡਨ, ਤਾਂ ਕਰਕੇ ਫਸਟ ਫਾਰਮ ਆਫ ਵਰਬ ਅਸੀਂ ਕੀ ਹੈ ਯੂਜ ਕਰਦੇ ਹਾਂ ਉਸ ਤੋਂ ਬਾਅਦ। ਠੀਕ ਹੈ ਸਟੂਡੈਂट्स। ਹਾਂਜੀ ਸਟੂਡੈਂट्स, ਪਾਸਟ ਇੰਡੈਫੀਨਿਟ ਟੈਂਸ ਤੋਂ ਬਾਅਦ ਅਸੀਂ ਡਿਸਕਸ ਕਰਾਂਗੇ ਪਾਸਟ ਕੰਟੀਨਿਊਸ ਟੈਂਸ। ਤਾਂ ਪਹਿਲਾਂ ਤਾਂ ਸਭ ਤੋਂ ਇਹ ਦੇਖੋ ਕਿ ਪਾਸਟ ਕੰਟੀਨਿਊਸ ਟੈਂਸ ਯੂਜ ਕਿੱਥੇ ਕਰਨਾ ਸਟੂਡੈਂट्स, ਟੂ ਸ਼ੋ, ਇਹ ਦਿਖਾਉਣ ਦੇ ਲਈ, ਕੀ ਦਿਖਾਉਣ ਦੇ ਲਈ, ਟੂ ਸ਼ੋ ਵਾਟ ਸਮਬਡੀ ਵਾਜ ਡੂਇੰਗ ਐਟ ਅ ਪਰਟੀਕੂਲਰ ਟਾਈਮ ਇਨ ਦਾ ਪਾਸਟ, ਇਹ ਦਿਖਾਉਣ ਦੇ ਲਈ ਕਿ ਪਾਸਟ ਦੇ ਵਿੱਚ ਕੋਈ ਕੀ ਖਾਸ ਕੰਮ ਕਰ ਰਿਹਾ ਸੀਗਾ, ਜਾਂ ਕੋਈ ਖਾਸ ਸਮੇਂ 'ਤੇ ਕੀ ਕੰਮ ਕਰ ਰਿਹਾ ਸੀਗਾ। ਵੀ ਯੂਜ ਦਾ ਪਾਸਟ ਕੰਟੀਨਿਊਸ ਟੈਂਸ, ਉੱਥੇ ਅਸੀਂ ਪਾਸਟ ਕੰਟੀਨਿਊਸ ਟੈਂਸ ਯੂਜ ਕਰਦੇ ਹਾਂ। ਜਿਵੇਂ ਮੈਂ ਕਹਾਂ ਸਟੂਡੈਂट्स ਕਿ ਲੋਕਡਾਊਨ ਤੋਂ ਪਹਿਲਾਂ ਮੈਂ ਰਜਿਸਟਰ ਬਣਾ ਰਿਹਾ ਸੀ, ਹੈ ਨਾ, ਰਜਿਸਟਰ ਬਣਾ ਰਿਹਾ ਸੀ। ਤਾਂ ਸਟੂਡੈਂट्स ਕੀ ਹੈ, ਪਾਸਟ ਦੇ ਵਿੱਚ ਜਦੋਂ ਤੁਸੀਂ ਦੱਸਣਾ ਹੈ ਕਿ ਇੱਕ ਪਰਟੀਕੂਲਰ ਟਾਈਮ 'ਤੇ, ਖਾਸ ਸਮੇਂ 'ਤੇ ਪਾਸਟ ਦੇ ਵਿੱਚ ਕੋਈ ਕੀ ਕੰਮ ਕਰ ਰਿਹਾ ਸੀਗਾ, ਸਮਬਡੀ ਵਾਜ ਡੂਇੰਗ, ਵਾਟ ਸਮਬਡੀ ਵਾਜ ਡੂਇੰਗ, ਕਿ ਕੋਈ ਕੀ ਕੰਮ ਕਰ ਰਿਹਾ ਸੀ, ਉਹ ਦੱਸਣ ਵਾਸਤੇ ਕੀ ਆ ਅਸੀਂ ਪਾਸਟ ਕੰਟੀਨਿਊਸ ਟੈਂਸ ਯੂਜ ਕਰਦੇ ਹਾਂ। ਤਾਂ ਪੰਜਾਬੀ ਦੇ ਵਿੱਚ ਸਟੂਡੈਂट्स ਇਹਦੀ ਪਛਾਣ ਇਹੀ ਹੈ ਕਿ ਐਂਡ ਦੇ ਵਿੱਚ ਜਿਵੇਂ ਪ੍ਰੈਜੈਂਟ ਕੰਟੀਨਿਊਸ ਦੇ ਰਿਹਾ ਹੈ, ਰਹੀ ਹੈ, ਰਹੇ ਹਨ ਆਉਂਦਾ ਹੈਗਾ, ਪਾਸਟ ਕੰਟੀਨਿਊਸ ਦੇ ਵਿੱਚ ਰਿਹਾ ਸੀ, ਰਹੇ ਸੀ, ਰਹੇ ਸਨ, ਰਹੀਆਂ ਸਨ, ਇਹ ਆ ਜਾਂਦਾ ਹੈ। ਤਾਂ ਸਟੂਡੈਂट्स ਹੁਣ ਅਸੀਂ ਪਾਸਟ ਕੰਟੀਨਿਊਸ ਦੇ ਸਭ ਤੋਂ ਪਹਿਲਾਂ ਐਫਰਮੇਟਿਵ ਸੈਂਟੈਂਸ ਦਾ ਸੈਂਟੈਂਸ ਸਟਰਕਚਰ ਦੇਖਾਂਗੇ। ਹਾਂਜੀ, ਪਾਸਟ ਕੰਟੀਨਿਊਸ ਦੇ ਐਫਰਮੇਟਿਵ ਸੈਂਟੈਂਸ ਦਾ ਬਣਾਉਣ ਦਾ ਪੈਟਰਨ ਕੀ ਹੈ, ਦੇਖੋ ਪਹਿਲਾਂ ਤਾਂ ਸਟੂਡੈਂट्स ਐਫਰਮੇਟਿਵ ਸੈਂਟੈਂਸ ਬਣਾਉਣ ਦਾ ਸਾਰਿਆਂ ਤੋਂ ਪਹਿਲਾਂ ਤਾਂ ਅਸੀਂ ਨੇ ਕੀ ਲੈਣਾ ਹੈਗਾ, ਸਾਰਿਆਂ ਤੋਂ ਪਹਿਲਾਂ ਤੁਸੀਂ ਨੇ ਕੀ ਲੈਣਾ, ਸਬਜੈਕਟ। ਸਬਜੈਕਟ ਦੇ ਨਾਲ ਸਟੂਡੈਂट्स ਪਾਸਟ ਦੀਆਂ ਹੈਲਪਿੰਗ ਵਰਬਸ ਵਾਜ ਤੇ ਵਰ ਲੈਣੀਆਂ। ਉਸ ਤੋਂ ਬਾਅਦ ਫਸਟ ਫਾਰਮ ਆਫ ਵਰਬ ਲੈ ਕੇ ਨਾਲ ਕੀ ਲਗਾਉਣਾ, ING। ਫਿਰ ਐਂਡ 'ਤੇ ਜੇ ਤੁਹਾਨੂੰ ਜ਼ਰੂਰਤ ਹੋਵੇ ਤਾਂ ਤੁਸੀਂ ਅਬਜੈਕਟ ਵੀ ਲਗਾ ਸਕਦੇ ਹੋ ਸਟੂਡੈਂट्स। ਇੱਕ ਐਗਜ਼ਾਮਪਲ ਦੇਖ ਲਓ, ਆਈ ਵਾਜ ਸਟਾਰਟਿੰਗ, ਆਈ ਵਾਜ ਸਟਾਰਟਿੰਗ, ਮੈਂ ਸ਼ੁਰੂ ਕਰ ਰਿਹਾ ਸੀ। ਯੂ ਵਰ ਸਟਾਰਟਿੰਗ, ਤੁਸੀਂ ਸ਼ੁਰੂ ਕਰ ਰਹੇ ਸੀ। ਤਾਂ ਸਟੂਡੈਂट्स ਕੀ ਹੈਗਾ, ਆਈ ਵਾਜ ਸਟਾਰਟਿੰਗ ਦੇ ਵਿੱਚ ਦੇਖੋ ਮੈਂ ਸ਼ੁਰੂ ਕਰ ਰਿਹਾ ਸੀ, ਇਹਦੇ ਵਿੱਚ ਐਕਸ਼ਨ ਕਰਨ ਵਾਲਾ ਕੌਣ ਹੈ, ਸਬਜੈਕਟ ਕੌਣ ਹੈ, ਸਬਜੈਕਟ ਕੌਣ ਹੈ ਸਟੂਡੈਂट्स, ਆਈ। ਤਾਂ ਆਈ ਕੀ ਹੈ, ਸਾਡਾ ਸਬਜੈਕਟ ਹੈ। ਤਾਂ ਫਸਟ ਸਟੈਪ, ਉਸ ਤੋਂ ਬਾਅਦ ਸਾਡੇ ਸਬਜੈਕਟ ਤੋਂ ਬਾਅਦ ਸਾਡਾ ਪਾਸਟ ਕੰਟੀਨਿਊਸ ਦਾ ਜਦੋਂ ਐਫਰਮੇਟਿਵ ਸੈਂਟੈਂਸ ਬਣਾਉਂਦੇ ਹਾਂ ਤਾਂ ਸਬਜੈਕਟ ਡਿਮਾਂਡ ਕਰਦਾ ਹੈਗਾ ਕਿ ਜੇ ਤਾਂ ਮੇਰਾ ਸਬਜੈਕਟ ਕੀ ਹੈ, ਸਿੰਗੂਲਰ ਹੈ, ਤਾਂ ਮੇਰੇ ਨਾਲ ਹੈਲਪਿੰਗ ਵਰਬ ਵਾਜ ਲਗਾਓ। ਜੇ ਸਬਜੈਕਟ ਮੇਰਾ ਪਲੂਰਲ ਹੈ ਤਾਂ ਅਸੀਂ ਕੀ ਲਗਾਓ, ਹੈਲਪਿੰਗ ਵਰਬ ਵਰ ਲਗਾਓ। ਉਸ ਤੋਂ ਬਾਅਦ ਕੀ ਹੈ, ਹੁਣ ਸਾਡਾ ਆਈ ਹੈ, ਆਈ ਕੀ ਹੈ, ਸਿੰਗੂਲਰ, ਤਾਂ ਕਰਕੇ ਹੈਲਪਿੰਗ ਵਰਬ ਅਸੀਂ ਨੇ ਵਾਜ ਲਗਾਤੀ। ਉਸ ਤੋਂ ਬਾਅਦ ਡਿਮਾਂਡ ਕੀ ਕਰ ਰਿਹਾ, ਕਹਿੰਦੇ ਵਰਬ ਦੀ ਫਸਟ ਫਾਰਮ ਲਗਾਓ, ਸਟਾਰਟ ਵਰਬ ਦੀ ਕੀ ਹੈ, ਫਸਟ ਫਾਰਮ ਨਾਲ ਕਹਿੰਦੇ ING ਲਗਾਓ, ING ਲਗਾਤਾ ਤਾਂ ਵਰਬ ਦੀ ਫਸਟ ਫਾਰਮ ਨਾਲ
ING हो गया। उस तो बाद कहते ऑब्जैक्ट लगाओ है ना। तो एक दसना चाहांगा स्टूडेंट्स गल तुहानूं कि ऑब्जैक्ट की है सेंटेंस दे विच ना भी होवे तां भी तुहाडे सेंटेंस की सेंस की है पूरी आ जाती है। ठीक है, तो ऑब्जैक्ट लगाउणा ना लगाउणा तुहाडी इच्छा हुंदी है। सबजैक्ट प्लस वर्ब होना जरूरी हुंदा है। ठीक है स्टूडेंट्स, इस सेंटेंस दे विच मैंने ऑब्जैक्ट नहीं लिया। ठीक है स्टूडेंट्स, सैकंड एग्जाम्पल, यू वर स्टार्टिंग, तुसीं शुरू कर रहे सीगे। हुण स्टूडेंट्स ये तुसीं अपने आप डील करो इस सेंटेंस में। ये सी एफर्मेटिव। तो इस तरह स्टूडेंट्स हुण असीं डिस्कस करांगे नैगेटिव सेंटेंस। सब तो पहलां देखो पास्ट कंटीन्यूअस टेंस ते नैगेटिव सेंटेंस बनाउण दा की पैटर्न है। नैगेटिव दे विच की हुंदा स्टूडेंट्स, जो पास्ट कंटीन्यूअस दे नैगेटिव बनाउणे है, सब तो पहलां तुसीं की लैणा सबजैक्ट नाल हैल्पिंग वर्ब तुहाडीआं वॉज, तो इनू वाज नहीं कह रहा स्टूडेंट्स, वॉज हुंदा। फिर वर्ब की फस्ट फॉर्म नाल सॉरी नैगेटिव बना रहे हैं तो आप की लगावांगे नॉट। बाकी सारा पैटर्न सेम, वर्ब की फस्ट फॉर्म नाल ING, जे लोड़ है तो तुसीं ऑब्जैक्ट लगा लो। तो तुसीं ऑब्जैक्ट लगा लो स्टूडेंट्स। ठीक है, तो स्टूडेंट्स देखो हुण की हैगा, तुहाडी एक एग्जाम्पल आई हुई है, आई वॉज नॉट स्टार्टिंग। पहला मैं कह रहा सी एफर्मेटिव मैं शुरू करता सी, आई वॉज नॉट स्टार्टिंग मैं शुरू नहीं करता सी, है ना। तो एक्शन करने वाला कौन है, आई की हो गया साडा सबजैक्ट। उस तो बाद नैगेटिव बना रहे हैं तो वॉज वर नॉट या वर नॉट लेना। हुण सबजैक्ट साडा सिंगुलर है तो आप की लिया वॉज नॉट लिया। उस तो बाद वर्ब की फस्ट फॉर्म नाल ING लगाओ, साडा की है वर्ब की फस्ट फॉर्म नाल ING। ठीक है स्टूडेंट्स, इस तरह नैक्सट एग्जाम्पल देखो, शी वॉज नॉट स्टार्टिंग, वो शुरू नहीं करता सी। ही वॉज नॉट स्टार्टिंग, वो शुरू नहीं करता सी। तो की गल कर रहे हैं, काम करने वाला कौन है, ही। तो ही की है साडा सबजैक्ट है स्टूडेंट्स। उस तो बाद साडे पास्ट कंटीन्यूज दे विच हैल्पिंग वर्ब असीं किहड़ी लैंदे वॉज, जे सबजैक्ट सिंगुलर है तो वॉज, अदरवाइज वर। हुण ही एक बंदा सिंगुलर सबजैक्ट है तो करके हैल्पिंग वर्ब साडी की है वॉज। उस तो बाद स्टूडेंट्स नैगेटिव बना रहे हैं तो करके आप नॉट लगा लें ड्यू टू नैगेटिविटी। ठीक है, उस तो बाद सेंटेंस का पैटर्न कहता सी वर्ब की फस्ट फॉर्म लगाओ, स्टार्ट लगाती आप नाल ING भी लगाओ, आप ING लगा दिया। ऑब्जैक्ट मैं जरूरी नहीं समझा तो करके नहीं लगाया। ठीक है स्टूडेंट्स, ये सीगे नैगेटिव सेंटेंस। देखो स्टूडेंट्स नैक्सट इंटैरोगेटिव सेंटेंस, उन्होंने बनाने का पैटर्न की है। स्टूडेंट्स एक एग्जाम्पल देखो पास्ट कंटीन्यूअस टेंस दे इंटैरोगेटिव बनाने की, वर वी स्टार्टिंग, की असी शुरू कर रहे सी। हुण स्टूडेंट्स तुसीं देखो ये सेंटेंस दे विच साडा की हैगा सबजैक्ट वी है। वी सबजैक्ट साडा सिंगुलर है कि प्लूरल है, वी असी ज़्यादा जाने असी। ठीक है, ज़्यादा जाने नूं वी कहने असी कहने, तां करके सबजैक्ट साडा प्लूरल है, तां करके अगे हैल्पिंग वर्ब भर लई है। स्टार्ट वर्ब की फस्ट फॉर्म है, नाल असी की यूज कर लिया ING। ऑब्जैक्ट मैंने जरूरी नहीं समझे तां करके यूज नहीं कराया, पर एंड ते इंटैरोगेटिव साइन लाना जरूरी है जदों असीं इंटैरोगेटिव सेंटेंस बना रहे हैं। वर वी स्टार्टिंग। तो स्टूडेंट्स हुण असीं डिस्कस करांगे पास्ट परफैक्ट टेंस। पास्ट परफैक्ट टेंस नूं बनाउण दा की पैटर्न वो देखते हैं। सब तो पहला स्टूडेंट्स ये देखते हैं कि पास्ट परफैक्ट टेंस जो है, पास्ट परफैक्ट टेंस जो है उसनूं यूज कित्थे करना। देखो स्टूडेंट्स पास्ट परफैक्ट यूज दिस टेंस इंडिकेट्स दैट ये टेंस इस गल वाल इशारा करता है दैट एन एक्शन वॉज फिनिश्ड एट सम पॉइंट इन द पास्ट, कि जिहड़ा एक्शन सीगा काम सीगा एक खास समय ते की हो गया सी फिनिश, खत्म हो गया सीगा। ठीक है स्टूडेंट्स, तो बिफोर समथिंग एल्स हैपनड, कुछ होने तो पहला ही दूजा एक्शन की हो चुका सीगा पास्ट दे विच फिनिश हो चुका सी। जिवें मैं कहा मैं सौण तो पहला पढ़ चुका सी, मीनस कि सौण तो पहला एक की हैगा समथिंग एल्स हैपनड, कुछ होने तो पहला सौण तो पहला एक्शन की कर चुका सी, मैं फिनिश कर चुका सी, मीनस कि पढ़ चुका सी, है ना। सौण तो पहला मैं पढ़ चुका सी, ये की है पास्ट परफेक्ट टेंस है, मीनस कि एक एक्शन होने तो पहला ही कोई एक्शन तुहाडा खत्म हो जाए,
उसनूं डन कर दूँ, कंप्लीट कर दूँ, फिनिश कर दूँ, उत्थे असीं पास्ट परफेक्ट टेंस यूज करते हैं स्टूडेंट्स। स्टूडेंट्स हुण असीं पास्ट परफेक्ट टेंस दे सब तो पहलां की आ असीं ने पास्ट परफेक्ट टेंस ਦੇ ਸਭ ਤੋਂ ਪਹਿਲਾਂ ਅਸੀਂ ਐਫਰਮੇਟਿਵ ਸੈਂਟੈਂਸ ਦੇਖਾਂਗੇ ਕਿ ਐਫਰਮੇਟਿਵ ਸੈਂਟੈਂਸ ਬਣਾਉਣ ਦਾ ਪੈਟਰਨ ਕੀ ਹੈ। ਸਟੂਡੈਂਟਸ ਐਫਰਮੇਟਿਵ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਸਾਡੇ ਕੋਲ ਸਬਜੈਕਟ ਹੋਣਾ ਜ਼ਰੂਰੀ ਹੈ, ਨਾਲ ਕੀ ਹੋਵੇ ਹੈਲਪਿੰਗ ਵਰਬ ਹੈਡ, ਫਿਰ ਕੀ ਹੈ ਥਰਡ ਫਾਰਮ ਆਫ ਵਰਬ, ਅਤੇ ਜ਼ਰੂਰੀ ਸਮਝੋ ਤਾਂ ਆਬਜੈਕਟ। ਠੀਕ ਹੈ ਸਟੂਡੈਂਟਸ, ਇਹ ਸਾਡਾ ਪਾਸਟ ਪਰਫੈਕਟ ਦੇ ਐਫਰਮੇਟਿਵ ਸੈਂਟੈਂਸ ਬਣਾਉਣ ਦਾ ਪੈਟਰਨ ਹੈਗਾ। ਤਾਂ ਇੱਕ ਐਗਜ਼ਾਮਪਲ ਦੇਖ ਲਓ, ਸ਼ੀ had come late to the school, she had come late to the school, ਉਹ ਸਕੂਲ ਤੋਂ ਲੇਟ ਆ ਚੁੱਕੀ ਸੀ, ਹੈ ਨਾ। ਤਾਂ ਕਿਹਦੀ ਗੱਲ, ਐਕਸ਼ਨ ਕੌਣ ਕਰਨ ਵਾਲਾ ਹੈ, ਸ਼ੀ। ਤਾਂ ਸ਼ੀ ਕੀ ਹੈ ਸਟੂਡੈਂਟਸ ਸਾਡੀ, ਸ਼ੀ ਕੀ ਹੈ ਸਬਜੈਕਟ ਹੈਗੀ। ਠੀਕ ਹੈ ਸਟੂਡੈਂਟਸ, ਫਿਰ ਕੀ ਕਹਿੰਦਾ ਸਾਡਾ ਸੈਂਟੈਂਸ, ਕਹਿੰਦਾ ਹੈਲਪਿੰਗ ਵਰਬ ਹੈਡ ਲਗਾਓ, ਆਪਾਂ ਹੈਲਪਿੰਗ ਵਰਬ ਹੈਡ ਯੂਜ ਕੀਤੀ ਹੈ। ਫਿਰ ਵਰਬ ਦੀ ਥਰਡ ਫਾਰਮ ਲਗਾਓ, ਕਮ ਕੇਮ ਕਮ, ਵਰਬ ਦੀ ਥਰਡ ਫਾਰਮ ਯੂਜ ਕਰ ਲਈ। ਲੇਟ ਟੂ ਦਾ ਸਕੂਲ अदर पार्ट ऑफ द सेंटेंस कह लो, अदर वर्ड्स कह लो या ऑब्जेक्ट कह लो। ठीक है स्टूडेंट्स, ये साडा अदर पार्ट ऑफ द सेंटेंस है गया। तो इस तरह असीं यूज कर लिया। सैकेंड एग्जाम्पल देखो स्टूडेंट्स, सैकेंड एग्जाम्पल की कहती है, सैकेंड एग्जाम्पल तुहाडी है शी हैड फिनिश्ड द प्रोजेक्ट, शी हैड फिनिश्ड द प्रोजेक्ट, उस अपना प्रोजेक्ट खत्म कर चुकी सी, वो अपना प्रोजेक्ट खत्म कर चुकी सी। कौन कर चुकी सी, शी। तो शी की है साडी सब्जैक्ट। फिर हैल्पिंग वर्ब पास्ट परफेक्ट बना रहे हैं, तां करके हैल्पिंग वर्ब साडी की आ गई हैड आ गई। उस तो बाद ਜਦੋਂ हैड लग्या होवे, हैज ਜਾਂ हैव लगा होवे, हमेशा स्टूडेंट्स थर्ड फॉर्म ऑफ वर्ब होंदा, फिनिश फिनिश्ड फिनिश्ड। तो थर्ड फॉर्म ऑफ वर्ब आ गई। द प्रोजेक्ट की हो गया साडा अदर वर्ड ਜਾਂ ऑब्जेक्ट हो गया। ਤਾਂ ਇਹ ਸੀ ਸਟੂਡੈਂਟਸ ਸਾਡਾ ਪਾਸਟ ਪਰਫੈਕਟ ਟੈਂਸ ਦਾ ਐਫਰਮੇਟਿਵ ਸੈਂਟੈਂਸ। ਇਸੇ ਤਰ੍ਹਾਂ ਸਟੂਡੈਂਟਸ ਹੁਣ ਅਸੀਂ ਡਿਸਕਸ ਕਰ ਰਹੇ ਹਾਂ ਨੈਗੇਟਿਵ ਸੈਂਟੈਂਸ। ਹੁਣ ਸਭ ਤੋਂ ਪਹਿਲਾਂ ਦੇਖੋ ਕਿ ਨੈਗੇਟਿਵ ਸੈਂਟੈਂਸ ਬਣਾਉਣ ਦੇ ਲਈ, ਨੈਗੇਟਿਵ ਸੈਂਟੈਂਸ ਬਣਾਉਣ ਦੇ ਲਈ ਸਾਡਾ ਪੈਟਰਨ ਕੀ ਹੋਣਾ ਚਾਹੀਦਾ ਹੈਗਾ। ਤਾਂ ਪੈਟਰਨ ਦੇਖੋ, ਨੈਗੇਟਿਵ ਦੇ ਬਣਾਉਣ ਦੇ ਲਈ ਸਾਡੇ ਕੋਲ ਸਭ ਤੋਂ ਪਹਿਲਾਂ ਸਟੂਡੈਂਟਸ ਕੀ ਹੋਣਾ ਚਾਹੀਦਾ, ਸਬਜੈਕਟ ਹੋਣਾ ਚਾਹੀਦਾ। ਸਬਜੈਕਟ ਦੇ ਨਾਲ ਹੈਲਪਿੰਗ ਵਰਬ ਸਾਡੀ ਹੈਡ, ਨਾਲ ਕੀ ਲੱਗਿਆ ਹੋਵੇ ਨੋਟ, ਉਸ ਦੇ ਨਾਲ ਸਾਡੀ ਥਰਡ ਫਾਰਮ ਆਫ ਵਰਬ, ਐਂਡ ਤੇ ऑब्जेक्ट। तो इस तरह एक एग्जाम्पल देखो, दे हैड नॉट बीन मैरिड वैन आई वॉज बॉर्न। तो ये एग्जाम्पल नहीं स्टूडेंट्स, तुसी ईजी एग्जाम्पल देखो, यू हैड नॉट स्टडीड हार्ड, यू हैड नॉट स्टडीड हार्ड। ये एग्जाम्पल देखो स्टूडेंट्स, ईजी है तुहाडे लई। तुसी औखी पढ़ाई नहीं कर चुके हो ਜਾਂ सख्त मेहनत नाल स्टडी नहीं कर चुके हो। ठीक है, तो कौन एक्शन करने वाला है सेंटेंस दे विच, जू। तो जू की है सबजैक्ट। उस तो बाद हैल्पिंग वर्ब साडी की हैगी हैड। तो नैगेटिव बना रहे हैं, तो हैड दे नाल असीं की लगाया होया नॉट। उस तो बाद स्टडी स्टडीड, स्टडीड, स्टडी तो थर्ड फॉर्म ऑफ वर्ब स्टडीड बनाता। हार्ड की हो गया साडा इत्थे ऑब्जेक्ट हो गया। ठीक है स्टूडेंट्स, तो सबजैक्ट प्लस हैड प्लस नोट प्लस थर्ड फॉर्म ऑफ वर्ब तो एंड दे विच ऑब्जेक्ट, ये किस सेंटेंस का पैटर्न है, ये है स्टूडेंट्स पास्ट परफेक्ट टेंस दे नैगेटिव सेंटेंस बनाने का पैटर्न। ठीक है स्टूडेंट्स, इसी तरह सैकेंड एग्जाम्पल देखो, सैकेंड एग्जाम्पल की कह रही है, दे हैड नॉट गॉन आउट, दे हैड नॉट गॉन आउट, वो बाहर नहीं जा चुके सी। दे की एक्शन कौन करने वाले ने, दे की है सबजैक्ट। उस तो बाद हैल्पिंग वर्ब हैड आ गई, नाल नैगेटिव बना रहे हैं नॉट लगा दिता। गो वेंट, गॉन थर्ड फॉर्म ऑफ वर्ब, आउट की हो गया साडा अदर वर्ड हो गया। तो स्टूडेंट्स ये सी नैगेटिव सेंटेंस। इसी तरह स्टूडेंट्स आप इंटैरोगेटिव सेंटेंस देखांगे। इंटैरोगेटिव सेंटेंस बनाने के लिए साडा पैटर्न की हुंदा स्टूडेंट्स, सब तो पहले तो आप वो चीज़ देखते हैं। सब तो पहले तो नैगेटिव बनाने के लिए इन्हों दे सबजैक्ट लो, सॉरी हैल्पिंग वर्ब। सब तो पहले तो स्टूडेंट्स अपने की लेना है हैल्पिंग वर्ब लैनी है, क्योंकि इंटैरोगेटिव दे विच हमेशा हैल्पिंग वर्ब कित्थे हुंदी है साडी अगे हुंदी है हैड। नाल की ला दो
ਸਬਜੈਕਟ। ਉਸ ਤੋਂ ਬਾਅਦ ਸਟੂਡੈਂਟਸ ਸਾਡਾ ਕੀ ਹੋਏਗਾ, ਥਰਡ ਫਾਰਮ ਆਫ ਵਰਬ ਹੋਏਗਾ, ਐਂਡ ਤੇ ਆਬਜੈਕਟ। ਕਿਉਂਕਿ ਨੋਟ ਤਾਂ ਸਟੂਡੈਂਟਸ ਸਿਰਫ ਆਪਾਂ ਕਿੱਥੇ ਲਾਉਂਦੇ ਹਾਂ, ਜਦੋਂ ਨੈਗੇਟਿਵ ਸੈਂਟੈਂਸ ਬਣਾਉਂਦੇ ਹਾਂ, ਇੰਟੈਰੋਗੇਟਿਵ ਸਾਈਨ ਲੈਣਾ ਜ਼ਰੂਰੀ ਆ। ਹੁਣ ਐਗਜ਼ਾਮਪਲ ਦੇਖੋ, ਹੈਡ ਹੀ ਲਿਵਡ ਇਨ ਫਲੋਰੀਡਾ, ਹੈਡ ਹੀ ਲਿਵਡ ਇਨ ਫਲੋਰੀਡਾ, ਕੀ ਉਹ ਫਲੋਰੀਡਾ ਵਿੱਚ ਰਹਿ ਚੁੱਕੀ ਸੀ। ਹੁਣ ਸਟੂਡੈਂਟਸ ਕੀ ਹੈ, ਕੀ ਉਹ ਫਲੋਰੀਡਾ ਦੇ ਵਿੱਚ ਰਹਿ ਚੁੱਕੀ ਸੀ। ਸਾਰਿਆਂ ਤੋਂ ਪਹਿਲਾਂ ਪੈਟਰਨ ਕੀ ਕਹਿੰਦਾ, ਇੰਟੈਰੋਗੇਟਿਵ ਕੁਐਸਚਨ ਪੁੱਛ ਰਹੇ ਹੋ ਤੁਸੀਂ ਕਿਸੇ ਨੂੰ, ਤਾਂ ਕਰਕੇ ਹੈਲਪਿੰਗ ਵਰਬ ਹੈਡ ਕੀ ਹੈ ਸਾਡੀ ਅੱਗੇ ਲੱਗੀ ਹੋਈ ਹੈ। ਉਸ ਤੋਂ ਬਾਅਦ ਸਬਜੈਕਟ ਹੀ ਦੀ ਗੱਲ ਕਰ ਰਹੇ ਹਾਂ, ਹੀ ਐਕਸ਼ਨ ਕਰਨ ਵਾਲਾ, ਤਾਂ ਹੀ ਕੀ ਹੈ ਸਬਜੈਕਟ। ਫਿਰ ਲਿਵਡ, 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 ਇਹ ਕੀ ਹੋ ਗਈ ਥਰਡ ਫਾਰਮ ਆਫ ਵਰਬ। ਇਨ ਫਲੋਰੀਡਾ ਸਟੂਡੈਂਟਸ ਸਾਡਾ ਕੀ ਹੋ ਗਿਆ, ਆਬਜੈਕਟ ਹੋ ਗਿਆ। ਅਤੇ ਐਂਡ 'ਤੇ ਕੀ ਲੱਗਿਆ ਹੋਇਆ ਸਟੂਡੈਂਟਸ, ਇੰਟੈਰੋਗੇਟਿਵ ਸਾਈਨ, ਤਾਂ ਇਹ ਹੈ ਸਟੂਡੈਂਟਸ ਸਾਡਾ ਇੰਟੈਰੋਗੇਟਿਵ ਸੈਂਟੈਂਸ। ਇਸੇ ਤਰ੍ਹਾਂ ਸਟੂਡੈਂਟਸ ਸੈਕੰਡ ਐਗਜ਼ਾਮਪਲ ਦੇਖੋ, ਸੈਕੰਡ ਐਗਜ਼ਾਮਪਲ ਕੀ ਕਹਿੰਦੀ ਹੈਗੀ ਸਾਡੀ, ਸੈਕੰਡ ਐਗਜ਼ਾਮਪਲ ਸਟੂਡੈਂਟਸ, ਹੈਡ ਹੀ ਸਪੋਕਨ ਇੰਗਲਿਸ਼, ਹੈਡ ਹੀ ਸਪੋਕਨ ਇੰਗਲਿਸ਼, ਕੀ ਉਹ ਇੰਗਲਿਸ਼ ਬੋਲ ਚੁੱਕੀ ਸੀ, ਹੈ ਨਾ। ਹੈਡ ਹੀ ਸਪੋਕਨ ਇੰਗਲਿਸ਼, ਤਾਂ ਸਟੂਡੈਂਟਸ ਹੈਡ ਹੈਲਪਿੰਗ ਵਰਬ ਲੱਗੀ ਹੋਈ ਹੈ ਅੱਗੇ, ਫਿਰ ਸਬਜੈਕਟ ਹੀ, ਸਪੀਕ, ਸਪੋਕ, ਸਪੋਕਨ, ਥਰਡ ਫਾਰਮ ਆਫ ਵਰਬ। ਇੰਗਲਿਸ਼ ਸਾਡਾ ਕੀ ਹੋ ਗਿਆ, ਆਦਰ ਵਰਡ ਜਾਂ ਆਬਜੈਕਟ ਹੋ ਗਿਆ। ਤਾਂ ਸਟੂਡੈਂਟਸ ਕੀ ਹੈ, ਐਂਡ ਦੇ ਵਿੱਚ ਇੰਟੈਰੋਗੇਟਿਵ ਸਾਈਨ ਲਗਾ ਕੇ ਇਹ ਕੀ ਬਣ ਗਿਆ, ਪਾਸਟ ਪਰਫੈਕਟ ਟੈਂਸ ਦਾ ਸਾਡਾ ਕੀ ਬਣ ਗਿਆ, ਇੰਟੈਰੋਗੇਟਿਵ ਸੈਂਟੈਂਸ ਬਣ ਗਿਆ। ਠੀਕ ਹੈ ਸਟੂਡੈਂਟਸ, ਆਈ ਹੋਪ ਯੂ ਵਿਲ ਅੰਡਰਸਟੈਂਡ ਦਿਸ ਲੈਕਚਰ। ਥੈਂਕ ਯੂ ਐਂਡ ਹੈਵ ਅ ਨਾਈਸ ਡੇ, enjoy your day।